ਪਰ ਜਿਹੜਾ ਨਾਮ ਦਾ ਰਸ ਹੈ ਉਹਦੀ ਤਾਂਘ ਮਨੁੱਖ ਦੇ ਅੰਦਰ ਬਣੀ ਰਹਿੰਦੀ ਹੈ। ਨਾ ਮੁੱਕਣ ਵਾਲੀ ਕਥਾ ਦੀ, ਅਕਥ ਕਥਾ ਦੀ, ਉਹਦੇ ਵਿੱਚੋਂ ਆਨੰਦ ਆਉਂਦਾ ਰਹਿੰਦਾ ਹੈ, ਰਸ ਆਉਂਦਾ ਰਹਿੰਦਾ ਹੈ। ਜਿੰਨਾ ਰਸ ਨਾਮ ਦਾ ਲਏਗਾ ਕੋਈ, ਬਾਣੀ ਦਾ, ਸੱਚ ਦਾ, ਗੁਣਾਂ ਦਾ, ਗਿਆਨ ਦਾ, ਇਹ ਸਾਰੀਆਂ ਧਰਮ ਦੇ ਵਿਸ਼ੇ ਹਨ, ਧਰਮ ਦੇ ਅੰਗ ਹਨ। ਗਿਆਨ ਵੀ ਹੈ, ਗੁਣ ਵੀ ਹਨ, ਅਨੁਭਵ ਵੀ ਹੈ, ਅਵਸਥਾ ਵੀ ਹੈ, ਵਿਸਮਾਦਮਈ ਅਵਸਥਾ ਹੈ, ਚਰਜ ਅਵਸਥਾ ਹੈ। ਇਹਨਾਂ ਵਿੱਚੋਂ ਆਨੰਦ ਆਵੇਗਾ, ਹੋਰਾਂ ਨੂੰ ਵੀ ਮਨੁੱਖ ਖੁਸ਼ਬੂ ਵੰਡਦਾ ਹੈ, ਉਸ ਦਾ ਲਾਭ ਹੀ ਲਾਭ ਹੁੰਦਾ ਭਾਈ, ਨੁਕਸਾਨ ਕੋਈ ਨਹੀਂ। ਤਾਂ ਤੇ ਇਹ ਗੱਲ ਚੱਲ ਰਹੀ ਸੀ ਨਾਦ, ਵੀ ਨਾਦ ਕੀ ਹੈ। ਅੰਦਰ ਜਿਹੜਾ ਸੱਚ ਦਾ ਸੋਮਾ ਹੈ, ਜਦੋਂ ਮਨ ਇਕਾਗਰ ਹੁੰਦਾ ਹੈ, ਮਨ ਅੰਤਰਮੁਖੀ ਹੁੰਦਾ ਹੈ, ਅੰਤਰਾਤਮਾ ਦੇ ਨਾਲ ਜੁੜਦਾ, ਉਹਦੀ ਦੁਬਿਧਾ ਖਤਮ ਹੁੰਦੀ ਹੈ, ਤਾਂ ਅੰਦਰੋਂ ਜਿਹੜਾ ਸੋਮਾ ਉਸ ਨੂੰ ਮਿਲਦਾ ਹੈ ਉਹ ਨਾਦ ਹੈ। ਪਰ ਜਦੋਂ ਨਾਦ ਪ੍ਰਗਟ ਹੁੰਦਾ, ਉਹ ਪੰਜ ਸ਼ਬਦ ਬਣ ਬਣ ਕੇ ਪ੍ਰਗਟ ਹੁੰਦਾ। ਜਿਹਦੇ ਅੰਦਰ ਨਾਦ ਵੱਜਦਾ, ਹਾਂ ਇੱਕੇ ਦਿਨ ਸਾਰਾ ਤਾਂ ਨਹੀਂ ਸੁਣਦਾ, ਹੌਲੀ ਹੌਲੀ ਸੁਣਦਾ ਉਹ ਵੀ। ਜਿਵੇਂ ਕਿਸੇ ਦਾ ਕਵੀ ਹਿਰਦਾ ਹੁੰਦਾ, ਉਹ ਕਵਿਤਾ ਲਿਖਦਾ, ਉਹਨੂੰ ਅੰਦਰੋਂ ਹੀ ਫੁਰਨਾ ਆਉਂਦਾ। ਇਹ ਮਿਸਾਲ ਹੈ ਇੱਕ, ਇੱਦਾਂ ਸੱਚ ਦਾ ਫੁਰਨਾ ਹੁੰਦਾ ਹੈ, ਸੱਚ ਦੀ ਵਿਚਾਰ ਹੁੰਦੀ। ਫਿਰ ਜਦੋਂ ਬਾਹਰ ਪ੍ਰਗਟ ਹੁੰਦੀ ਹੈ ਕਥਾ, ਵਿਚਾਰ, ਕਾਵ, ਬਾਣੀ, ਇੱਦਾਂ ਪ੍ਰਗਟ ਹੁੰਦੀ ਹੈ ਬਾਹਰ। ਹੁਣ ਗੁਰੂ ਨਾਨਕ ਸਾਹਿਬ ਬਾਣੀਕਾਰ ਨੇ, ਉਹਨਾਂ ਦੇ ਅੰਦਰ ਨਾਦ, ਜਦੋਂ ਨਾਦ ਪ੍ਰਗਟ ਹੁੰਦਾ, ਪ੍ਰਬਲ ਹੁੰਦਾ, ਉਹ ਕਹਿੰਦੇ ਮਰਦਾਨਿਆਂ ਛੇੜ ਰਬਾਬ ਬਾਣੀ ਆਈ। ਅੰਦਰ ਜਿਹੜੀ ਹਿਰਦੇ 'ਚ ਆਈ ਉਹ ਨਾਦ ਹੈ, ਬਾਣੀ। ਤੇ ਜਦੋਂ ਬਾਹਰ ਪ੍ਰਗਟ ਹੋ ਜਾਂਦੀ ਉਦੋਂ ਗੁਰਬਾਣੀ ਬਣ ਜਾਂਦੀ, ਉਹ ਪੰਜ ਸ਼ਬਦ। ਤੇ ਸਤਿਗੁਰੂ ਜੀ ਨੇ ਕਿਹਾ ਅੰਦਰ ਨਾਦ, ਜਦੋਂ ਅੰਦਰ ਨਾਦ ਆਉਂਦਾ, ਅੰਦਰ ਵਿਚਾਰ ਆਉਂਦਾ, ਫੁਰਨਾ ਆਉਂਦਾ ਸੱਚ ਦਾ, ਇਹ ਗੋਡ ਗਿਫਟ ਹੈ, ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ, ਉਹਦੀ ਕਿਰਪਾ ਨਾਲ। ਫਿਰ ਜਦੋਂ ਪ੍ਰਗਟ ਹੁੰਦਾ ਨਾ ਨਾਦ, ਇੱਦਾਂ ਸ਼ਬਦ ਬਣਦੇ ਆ ਪੰਜ ਸ਼ਬਦ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੂ। ਜਾਂ ਤੁਧ ਭਾਵੈ ਤਾਂ ਕਰੈ ਵਿਭੂਤਾ, ਸਿੰਘੀ ਨਾਦ ਵਜਾਵੈ। ਗੁਰੂ ਨਾਨਕ ਸਾਹਿਬ ਦੇ ਅੰਦਰ ਨਾਦ ਪ੍ਰਗਟ ਹੋਇਆ, ਕਹਿੰਦੇ ਮਰਦਾਨਿਆਂ ਛੇੜ ਰਬਾਬ, ਉਹ ਇੱਦਾਂ ਫਿਰ ਵੇਦ ਦੇ ਰੂਪ ਵਿੱਚ ਪ੍ਰਗਟ ਹੁੰਦਾ। ਗੁਰਮੁਖ ਨਾਦ ਵੇਦ ਵਿਚਾਰ। ਤੇ ਜਦੋਂ ਗੁਰੂ ਅੰਗਦ ਸਾਹਿਬ ਦੇ ਮਨ ਵਿੱਚ ਨਾਦ ਪ੍ਰਗਟ ਹੁੰਦਾ, ਅੰਦਰ ਅੰਦਰ ਨਾਦ ਵੱਜਦਾ ਗੁਪਤ ਰੂਪ ਦੇ ਵਿੱਚ, ਤੇ ਬਾਹਰ ਬਾਣੀ ਰਾਹੀਂ, ਬੋਲਾਂ ਰਾਹੀਂ ਜਦੋਂ ਪ੍ਰਗਟ ਹੁੰਦਾ ਹੈ ਗੁਰੂ ਅੰਗਦ ਸਾਹਿਬ ਤੋਂ। ਇਹ ਵੇਖੋ ਨਾਦ ਦੀ ਵਿਆਖਿਆ ਵਿਚਾਰ ਵਾਸਤੇ ਬਹੁਤ ਵੱਡੀ ਢੁਕਵੀਂ ਮਿਸਾਲ ਹੈ। ਤਾਂ ਗੁਰੂ ਅੰਗਦ ਸਾਹਿਬ ਦੇ ਅੰਦਰ ਜਿਹੜਾ ਫੁਰਨਾ, ਜਿਹੜੀ ਵਿਚਾਰ, ਜਿਹੜਾ ਸੱਚ ਪ੍ਰਗਟ ਹੈ, ਉਹਨਾਂ ਦੀ ਜਿਹੜੀ ਅਵਸਥਾ ਅੰਦਰੋਂ ਰਸ ਲੈ ਰਹੇ ਆ, ਉਹ ਕਿਵੇਂ ਬਿਆਨ ਹੁੰਦਾ ਬਾਹਰ? ਹਾਰੀ ਸਾਰੀ ਥੋੜ੍ਹਾ ਕਰ ਸਕਦਾ। ਜਿਸ ਪਿਆਰੇ ਸਿਉ ਨੇਹੁ ਤੈਸੇ ਆਗੈ ਮਾਰੇ ਚੱਲੀਐ। ਇਹ ਨਾਦ ਦਾ ਪ੍ਰਗਟ ਰੂਪ ਹੈ ਵੇਦ, ਗਿਆਨ, ਬਾਣੀ, ਸ਼ਬਦ। ਇਹ ਪੰਜ ਸ਼ਬਦ ਹੈ, ਸ਼੍ਰੋਮਣੀ ਤੱਤ ਤੋਂ ਪੈਦਾ ਹੋਇਆ ਇਹ ਸ਼ਬਦ ਹੈ, ਕੋਈ ਆਮ ਸ਼ਬਦਾਵਲੀ ਜੋ ਅਸੀਂ ਗੱਲਾਂ ਕਰਦੇ ਉਹ ਨਹੀਂ। ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨਾ। ਇਹਦੇ ਲਿਖਤੀ ਰੂਪ ਦੇ ਵਿੱਚ ਕਿੰਨੀ ਬਰਕਤ ਹੈ। ਅਸੀਂ ਗਾ ਸੁਣ ਵਿਚਾਰ ਕੇ ਆਨੰਦ ਪ੍ਰਾਪਤ ਕਰਦੇ ਹਾਂ, ਅਤੇ ਜਿਨ੍ਹਾਂ ਨੂੰ ਇਹ ਮਹਿਸੂਸ ਹੋਇਆ, ਜਿਨ੍ਹਾਂ ਨੂੰ ਇਹ ਅਨੁਭਵ ਹੋਇਆ, ਉਹ ਕਿੱਡੀ ਵੱਡੀ ਅਵਸਥਾ। ਮਿਸਾਲ ਦੇ ਤੌਰ 'ਤੇ ਕੋਈ ਮਨੁੱਖ ਖੰਡ ਖਾਂਦਾ ਹੈ, ਜਦੋਂ ਕੋਈ ਮਿੱਠਾ ਖਾਂਦਾ ਹੈ ਨਾ, ਤੇ ਮਿੱਠੇ ਦਾ ਸਵਾਦ ਉਸ ਨੂੰ ਜਿਹੜਾ ਆਉਂਦਾ, ਉਹ ਫਿਰ ਦੱਸਦਾ। ਫਰੀਦਾ ਸ਼ੱਕਰ ਖੰਡ ਨਵਾਤ ਗੁੜ। ਫਰੀਦ ਦੇ ਮਨ ਵਿੱਚ ਮਿਹਨਤ ਕਰਦਿਆਂ ਕਰਦਿਆਂ ਨਾਦ ਪ੍ਰਬਲ ਹੋਇਆ, ਅੰਦਰ ਪ੍ਰਚੰਡ ਗਿਆਨ। ਜਦੋਂ ਅੰਦਰ ਨਾਦ ਆਇਆ ਨਾ ਗੁਪਤ ਰੂਪ ਦੇ ਵਿੱਚ, ਇੱਦਾਂ ਪ੍ਰਗਟ ਹੋਇਆ ਫਰੀਦ ਦੇ ਮਨ ਵਿੱਚੋਂ। ਜਦੋਂ ਪ੍ਰਗਟ ਹੁੰਦਾ ਨਾਦ, ਤੇ ਇੱਦਾਂ ਨਜ਼ਰ ਆਉਂਦਾ ਫਿਰ ਫਰੀਦਾ ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਇਹ ਤੇ ਆਪਾਂ ਸੁਣ ਰਹੇ ਹਾਂ, ਸਾਨੂੰ ਆਨੰਦ ਆ ਰਿਹਾ।
ਤੇ ਜਿਹਦੇ ਅੰਦਰ ਪ੍ਰਗਟ ਹੋਇਆ, ਜਿਹਦੇ ਅੰਦਰ ਇਹ ਮਹਿਸੂਸ ਹੋਇਆ, ਜਿਹਦੇ ਅੰਦਰ ਦਾ ਅਨੁਭਵ ਆ ਆਪਣਾ, ਜਿਹਦੀ ਅਵਸਥਾ, ਉਹ ਤੇ ਇਹਦਾ ਰਸ ਉਹੀ ਜਾਣਦਾ। ਤਾਂ ਹੀ ਕਿਹਾ ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰੈ। ਜਿਹੜਾ ਨਾਦ ਹੈ, ਅਨਹਦ ਨਾਦ, ਨਿਰੰਤਰ ਵੱਜਣ ਵਾਲਾ ਹਿਰਦੇ ਵਿੱਚ, ਹੁਕਮ ਦੇ ਵਿੱਚ ਸ਼ਬਦ ਆਉਂਦਾ, ਜਿਹੜਾ ਜਿਸ ਦੇ ਅੰਦਰ ਵੱਜਦਾ ਹੈ, ਜਿਸ ਨੂੰ ਮਹਿਸੂਸ ਹੁੰਦਾ ਨਾ, ਉਹ ਪੂਰਾ ਪੂਰਾ ਨਹੀਂ ਦੱਸ ਸਕਦਾ। ਤਾਂ ਹੀ ਗੁਰਬਾਣੀ ਵਿੱਚ ਇਹ ਉਦਾਹਰਣ ਬਹੁਤ ਹੈ। ਨਾਦ ਤੇ ਨਾਮ ਦਾ ਰਸ ਜਿਨ੍ਹਾਂ ਦੇ ਅੰਦਰ ਆਉਂਦਾ, ਉਹ ਗੁਰੂ ਦੇ ਪਿਆਰੇ, ਰੱਬ ਦੇ ਪਿਆਰੇ ਸੰਤਨ। ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਹ ਬਾਣੀਕਾਰਾਂ ਦੇ ਅੰਦਰ ਪਰਬਲ ਨਾਦ ਵੱਜਿਆ। ਨਾਦ ਦਾ ਸਭ ਤੋਂ ਵੱਡਾ ਪ੍ਰਮਾਣ ਅਨਹਦ ਨਾਦ ਦਾ, ਅਨਹਦ ਨਾਦ ਦਾ ਸਭ ਤੋਂ ਵੱਡਾ ਸਬੂਤ ਪ੍ਰਮਾਣ ਵਿਸਥਾਰ ਨਾਲ ਬਾਣੀ ਹੈ। ਬਾਣੀ ਦੇ ਜਿੰਨੇ ਸ਼ਬਦ ਹੈ, ਪੰਜ ਸ਼ਬਦ ਹੈ, ਸ਼੍ਰੋਮਣੀ ਸ਼ਬਦ ਹੈ, ਸ਼੍ਰੋਮਣੀ ਤੱਤ ਤੋਂ ਪੈਦਾ ਹੋਏ। ਅਨਹਦ ਰੂਪ, ਅਨਾਹਦ ਬਾਣੀ। ਕਬੀਰ ਜੀ ਕਹਿੰਦੇ ਹਨ, ਪੰਜਵੇਂ ਪਾਤਸ਼ਾਹ ਨੇ ਵੀ ਇਹ ਬਚਨ ਕਹੇ ਕਿ ਗੂੰਗਾ ਜੋ ਮਨੁੱਖ ਹੈ, ਜੋ ਬੋਲ ਨਹੀਂ ਸਕਦਾ, ਉਹ ਗੁੜ ਖਾਵੇ, ਮਿੱਠਾ ਖਾਵੇ, ਕੋਈ ਸਵਾਦਲੀ ਚੀਜ਼ ਖਾਂਦਾ, ਜਦੋਂ ਉਹਨੂੰ ਚੰਗਾ ਲੱਗਦਾ ਤੇ ਉਹ ਦੱਸ ਨਹੀਂ ਨਾ ਸਕਦਾ। ਉਹਦੇ ਹਾਵ ਭਾਵ ਤੋਂ ਸਾਨੂੰ ਥੋੜ੍ਹਾ ਜਿਹਾ ਪਤਾ ਲੱਗਦਾ, ਪਰ ਉਹਨੂੰ ਕਿੰਨਾ ਕੁ ਰਸ ਆਇਆ, ਕਿੰਨਾ ਕੁ ਸਵਾਦ ਆਇਆ, ਤੇ ਗੂੰਗਾ ਆਪ ਹੀ ਜਾਣਦਾ। ਇੱਦਾਂ ਨਾਮ ਦਾ ਰਸ ਇੱਦਾਂ ਹੈ। ਹਾਂ, ਦੱਸਿਆ ਹੈ ਬਾਣੀ ਵਿੱਚ, ਨਾਮ ਦਾ, ਨਾਦ ਦਾ ਰਸ ਲੁਕਾਇਆ ਥੋੜ੍ਹਾ ਹੈ। ਜੇ ਭਗਤਾਂ ਨੇ ਉਹਦੀ ਪ੍ਰਾਪਤੀ ਕੀਤੀ ਤੇ ਲੁਕਾਈ ਥੋੜ੍ਹੀ, ਦੁਨੀਆ ਦੇ ਭਲੇ ਵਾਸਤੇ ਲੋਕਾਂ ਨੂੰ ਦੱਸਿਆ। ਪਰ ਹਾਂ, ਇਹ ਸ਼ਰਤ ਹੁੰਦੀ ਵੀ ਦੱਸਣਾ ਉਹਨਾਂ ਨੂੰ ਆ ਜਿਹੜੇ ਸੁਣਨਾ ਚਾਹੁੰਦੇ ਆ, ਜਿਹੜੇ ਗਾਹਕ ਹਨ। ਦੱਸਣਾ ਜ਼ਰੂਰ ਹੈ। ਗੁਰਬਾਣੀ ਰਾਹੀਂ ਦੱਸਿਆ ਉਹਨਾਂ ਨੇ, ਉਦੋਂ ਬੋਲ ਬੋਲ ਕੇ ਦੱਸਿਆ, ਲਿਖ ਕੇ ਵੀ ਗਏ ਲੋਕਾਂ ਵਾਸਤੇ। ਜੋ ਉਹਨਾਂ ਨੇ ਪ੍ਰਾਪਤੀ ਕੀਤੀ, ਲੁਕਾਈ ਨਹੀਂ ਗਈ, ਛਪਾਈ ਨਹੀਂ ਗਈ, ਕਿਉਂਕਿ ਦੁਨੀਆ ਦਾ ਭਲਾ ਕਿਵੇਂ ਹੋਣਾ ਸੀ ਫਿਰ। ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਬਾਣ ਕਿਹੜਾ? ਬੋਲ ਬਾਣੀ। ਜਿਹੜੀ ਅੰਦਰ ਬਾਣੀ ਆਉਂਦੀ ਆ, ਨਾਦ ਪ੍ਰਗਟ ਹੁੰਦਾ ਨਾ ਅੰਦਰ। ਕਬੀਰ ਜੀ ਕਹਿੰਦੇ ਫਿਰ ਨਿੰਦਾ ਚੁਗਲੀ ਵਾਲੇ ਪਾਸਿਓਂ, ਬਹੁਤੀਆਂ ਗੱਲਾਂ ਬਾਤਾਂ ਵਾਲੇ ਪਾਸਿਓਂ ਮੂੰਹ ਗੁੰਗਾ ਹੋ ਜਾਂਦਾ। ਉਹ ਐਵੇਂ ਵਾਜ ਹਾਤ ਖਾ ਮਖਾ ਦੀਆਂ ਗੱਲਾਂ ਨਹੀਂ ਕਰਦਾ। ਨਿੰਦਾ ਚੁਗਲੀ, ਮਾੜੀ ਸ਼ਬਦਾਵਲੀ, ਇਸ ਪਾਸੇ ਤੋਂ ਗੁੰਗਾ ਹੋ ਜਾਂਦਾ, ਉਹ ਚੁੱਪ ਕਰ ਜਾਂਦਾ, ਗਹਿਰ ਗੰਭੀਰ ਹੋ ਜਾਂਦਾ। ਪਿੰਗਲ, ਉਹਦੇ ਪੈਰ ਇਸ ਪ੍ਰਕਾਰ ਪਿੰਗਲੇ ਹੋ ਜਾਂਦੇ ਹਨ ਕਿ ਮਾੜੇ ਪਾਸੇ ਨਹੀਂ ਚੱਲਦੇ, ਚੰਗੇ ਪਾਸੇ ਨੂੰ ਜਾਣਗੇ, ਮਾੜੇ ਪਾਸੇ ਤੋਂ ਪਿੰਗਲੇ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਜਿਹੜੇ ਵਿਸ਼ੇ ਵਿਕਾਰ ਬੜੇ ਅੱਗੇ ਭੌਂਕਦੇ ਸੀ, ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ। ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਮੰਗਦਾ ਸੀ, ਤਰ੍ਹਾਂ ਤਰ੍ਹਾਂ ਦੀਆਂ ਆਸ਼ਾਵਾਂ ਪੈਦਾ ਹੁੰਦੀਆਂ ਸਨ। ਉਹ ਜਿੰਨੇ ਬੋਲਦੇ ਸੀ ਨਾ, ਤੰਗ ਕਰਦੇ ਸੀ। ਹੁਣ ਕਿੱਥੇ ਗਏ ਸਾਰੇ? ਜਦੋਂ ਨਾਦ ਪ੍ਰਗਟ ਹੁੰਦਾ। ਵੇਖੋ, ਨਾਦ ਦੀ ਅਵਸਥਾ ਤੋਂ ਪਹਿਲਾਂ ਵੀ ਕੁਝ ਪੜਾਅ ਹਨ। ਉਹ ਆਪਾਂ ਪੰਜ ਖੰਡ ਵਿੱਚ ਜਾਂ ਚਾਰ ਪਦਾਰਥਾਂ ਵਿੱਚ ਲਾਵਾਂ ਦੀ ਵੀ ਅਸੀਂ ਥੋੜ੍ਹੀ ਵਿਚਾਰ ਕੀਤੀ ਸੀ ਵੀ ਭਾਈ ਇੱਥੇ ਪਹੁੰਚਣ ਤੱਕ ਦੇ ਪਹਿਲੋਂ ਬਹੁਤ ਸਾਰੇ ਪੜਾਅ ਹੈ। ਗੱਲਬਾਤ ਕਰਨ ਦਾ ਕੋਈ ਹਰਜ ਨਹੀਂ। ਅਸੀਂ ਗੱਲਬਾਤ ਕਰਾਂਗੇ, ਵਿਚਾਰਾਂਗੇ, ਤਾਂ ਹੀ ਇਸ ਪਾਸੇ ਜਾਣ ਦੀ ਸੋਚਾਂਗੇ, ਇਸ ਨੂੰ ਮਾਣਾਂਗੇ। ਬਾਣੀਕਾਰ ਜਿੰਨੇ ਹਨ, ਜਿਨ੍ਹਾਂ ਨੇ ਬਾਣੀ ਦੀ ਰਚਨਾ ਕੀਤੀ, ਧਾਰਮਿਕ ਗ੍ਰੰਥ ਲਿਖੇ, ਗਿਆਨ ਦਿੱਤਾ, ਉਹਨਾਂ ਦੇ ਅੰਦਰ ਨਾਦ, ਅਨਹਦ ਨਾਦ, ਉਹਨਾਂ ਦੇ ਅੰਦਰ ਉੱਚੀ ਸੁੱਚੀ ਸੋਚ, ਉੱਚਾ ਸੁੱਚਾ ਫੁਰਨਾ। ਅੰਦਰ ਜਦ ਗਿਆਨ ਪ੍ਰਚੰਡ ਹੋਇਆ, ਜਦੋਂ ਅੰਦਰ ਆ ਉਹਨਾਂ ਦੇ, ਜੋ ਉਹਨਾਂ ਨੇ ਮਹਿਸੂਸ ਕੀਤਾ, ਉਹ ਨਾਦ ਹੈ। ਜਦੋਂ ਉਹਨਾਂ ਨੇ ਬੋਲਿਆ, ਜਦੋਂ ਲਿਖਿਆ, ਉਹ ਫਿਰ ਵੇਦ ਹੋ ਜਾਂਦਾ। ਗੁਰਮੁਖ ਨਾਦੰ, ਗੁਰਮੁਖ ਵੇਦੰ, ਉਹ ਪੰਜ ਸ਼ਬਦ ਹੈ। ਫਿਰ ਜਿੰਨੇ ਗੁਰਬਾਣੀ ਦੇ ਅਸੀਂ ਸ਼ਬਦ ਪੜ੍ਹਦੇ ਹਾਂ, ਪੰਕਤੀਆਂ ਪੜ੍ਹਦੇ ਹਾਂ, ਸ਼ਬਦ ਪੜ੍ਹਦੇ ਹਾਂ, ਇਹ ਸਾਰੇ ਪੰਜ ਸ਼ਬਦ ਹੈ, ਨਾਦ ਤੋਂ ਪੈਦਾ ਹੋਏ ਆ। ਭਾਵੇਂ ਜੋ ਮੰਗੇ ਠਾਕਰ ਆਪਣੇ, ਤੇ ਭਾਈ ਅਸੀਂ ਇਹ ਸ਼ਬਦ ਪੜ੍ਹਨਾ, ਇਹ ਸੁਣਨਾ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਇਹ ਸ਼ਬਦ ਹੈ। ਪੂਤਾ ਮਾਤਾ ਕੀ ਅਸੀਸ, ਇਹ ਸ਼ਬਦ ਹੈ। ਇੱਕ ਇੱਕ ਲਫ਼ਜ਼ ਸ਼ਬਦ ਹੈ, ਇੱਕ ਇੱਕ ਪੌੜੀ ਸ਼ਬਦ ਹੈ, ਇੱਕ ਇੱਕ ਪਦਾ ਸ਼ਬਦ ਹੈ, ਇੱਕ ਇੱਕ ਅਸ਼ਟਪਦੀ ਹੈ। ਸਾਰੇ ਸ਼ਬਦ ਨੇ, ਇਹ ਨਾਦ ਦਾ ਪ੍ਰਗਟ ਰੂਪ ਹਨ।
ਤੇ ਇਸ ਪ੍ਰਕਾਰ ਭਾਈ ਜਿਹੜੇ ਇਹਨਾਂ ਸ਼ਬਦਾਂ ਦਾ ਅਭਿਆਸ ਕਰਦੇ ਹਨ, ਸੁਣਦੇ ਹਨ, ਵਿਚਾਰਦੇ ਹਨ, ਮੰਨਦੇ ਹਨ, ਜਦੋਂ ਇਹਨਾਂ ਸ਼ਬਦਾਂ ਨਾਲ ਮਨ ਦੀ ਮੈਲ ਲੈ ਜਾਂਦੀ ਹੈ ਪੂਰੀ, ਤੇ ਇਹ ਸੰਭਾਵਨਾ ਪਰਮੇਸ਼ਰ ਨੇ ਸਾਰਿਆਂ ਦੇ ਅੰਦਰ ਰੱਖੀ। ਸਾਰਿਆਂ ਦੇ ਹਿਰਦੇ ਵਿੱਚ ਹੁਕਮ ਹੈ, ਜੋਤ ਹੈ, ਸ਼ਬਦ ਹੈ। ਜਿੰਨਾ ਚਿਰ ਮਨ ਇਕਾਗਰ ਨਹੀਂ ਹੈ, ਮਨ ਵਿੱਚ ਖੋਟ ਹੈ, ਉਹ ਨਹੀਂ ਮਹਿਸੂਸ ਹੁੰਦਾ, ਅਨੁਭਵ ਨਹੀਂ ਹੁੰਦਾ। ਇਸ ਲਈ ਸੰਗਤ ਕਰਕੇ, ਬਾਣੀ ਪੜ੍ਹ ਕੇ, ਨਾਮ ਜਪ ਕੇ, ਵਿਚਾਰ ਕਰਕੇ, ਕਿਉਂਕਿ ਵਿਚਾਰ ਕਰਿਆ ਮਨ ਜ਼ਿਆਦਾ ਇਕਾਗਰ ਹੋ ਜਾਂਦਾ, ਲੱਗ ਜਾਂਦਾ, ਫਿਰ ਅੰਦਰ ਮਨੁੱਖ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਸਤਿਗੁਰੂ ਜੀ ਨੇ ਕਿਸੇ ਨੂੰ ਨਿਰਾਸ਼ ਉਦਾਸ ਨਹੀਂ ਕੀਤਾ, ਬਾਣੀ ਵਿੱਚ ਵੀ ਕਿਹਾ ਤੇ ਮਿਸਾਲਾਂ ਵੀ ਕਾਇਮ ਕੀਤੀਆਂ। ਵੱਖ-ਵੱਖ ਜਾਤਾਂ ਦੇ, ਵੱਖ-ਵੱਖ ਇਲਾਕਿਆਂ ਦੇ ਔਰ ਆਮ ਤੋਂ ਆਮ ਪਰਿਵਾਰਾਂ ਦੇ, ਗਰੀਬ ਸੰਸਾਰਕ ਪੱਖ ਤੋਂ, ਜਿਨ੍ਹਾਂ ਨੂੰ ਸੰਸਾਰ ਨੀਚ ਕਹਿੰਦਾ ਸੀ, ਉਹਨਾਂ ਵਿੱਚ ਭਗਤ ਪੈਦਾ ਹੋਏ। ਉਹਨਾਂ ਨੂੰ ਸਨਮਾਨ ਸਤਿਕਾਰ ਕਿਉਂ ਦਿੱਤਾ? ਕਿਉਂਕਿ ਜਿਹੜਾ ਨਾਦ ਹੈ, ਨਾਮ ਹੈ, ਸੱਚ ਹੈ, ਉਹ ਕਿਸੇ ਦੇ ਹਿਰਦੇ ਵਿੱਚ ਵੀ ਪ੍ਰਗਟ ਹੋ ਸਕਦਾ ਹੈ। ਗੁਰੂ ਪਰਮੇਸ਼ਰ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਪਰ ਭਾਗਾਂ ਵਾਲੇ ਘਰ ਵਿੱਚ, ਭਾਗਾਂ ਵਾਲੇ ਹਿਰਦੇ ਵਿੱਚ ਪ੍ਰਗਟ ਹੁੰਦੇ ਹਨ। ਕਲਾ ਜਿਤ ਕਰ ਧਾਰੀਆ, ਕਿਵੇਂ? ਆਪਾਂ ਤੇ ਆਪਣਾ ਫਰਜ਼ ਸਮਝ ਕੇ ਗਿਆਨ ਪ੍ਰਾਪਤ ਕਰਨਾ ਹੈ, ਮਿਹਨਤ ਕਰਨੀ ਹੈ, ਸ਼ਰਮਖੰਡ ਮਿਹਨਤ ਕਰਨੀ ਹੈ। ਅੱਗੇ ਜਿਹੜੀ ਕਿਰਪਾ ਗੁਰੂ ਨੇ ਕਰਨੀ, ਜਦੋਂ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਉਹ ਨਾਦ ਦੀ ਹੁੰਦੀ ਹੈ। ਪਹਿਲਾਂ ਥੋੜ੍ਹਾ ਥੋੜ੍ਹਾ ਸੁਣੇਗਾ, ਥੋੜ੍ਹਾ ਥੋੜ੍ਹਾ ਮਹਿਸੂਸ ਹੋਵੇਗਾ, ਫਿਰ ਉਹ ਪ੍ਰਬਲ ਹੁੰਦਾ ਜਾਂਦਾ ਹੈ, ਪ੍ਰਚੰਡ ਹੁੰਦਾ ਜਾਂਦਾ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਾਂ ਤੇ ਲੱਗੇ ਰਹਿਣਾ ਚਾਹੀਦਾ। ਇੱਕ ਗੁਰਬਾਣੀ ਤੋਂ ਬਾਹਰਲੀ ਪੰਕਤੀ ਹੈ ਧਾਰਮਿਕ ਸਾਹਿਤ ਦੀ, ਬੜੀ ਭਾਵਪੂਰਤ ਹੈ ਉਹ। ਰੰਗ ਲਾਗਤ 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 ਹੈ, ਭਾਉ ਭਾਗਤ 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 ਹੈ। ਰੰਗ ਲੱਗਦਿਆਂ ਲੱਗਦਿਆਂ ਲੱਗ ਜਾਂਦਾ। ਜਿਹੜਾ ਡਰ, ਭੈ, ਚਿੰਤਾ, ਵਿਸ਼ੇ ਵਿਕਾਰ, ਉਹ ਖਤਮ ਹੁੰਦਿਆਂ ਹੁੰਦਿਆਂ ਹੋ ਜਾਂਦੇ। ਕੀੜੀ ਤੁਰੀ ਨਹੀਂ ਮਾਣ ਭਾਈ। ਸੋ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਇਹੋ ਹੀ ਮਨ ਦੀ ਮੈਲ ਹੈ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਉਹੀ ਮਨੁੱਖ ਨਾਮ ਦੇ ਨਾਲ ਸੁਰਤ ਜੋੜਦੇ ਆ, ਜਿਨ੍ਹਾਂ ਦੇ ਧੁਰੇ ਅੰਦਰੋਂ ਖਿੱਚ ਪੈਂਦੀ। ਅੱਗੇ ਫਿਰ ਸਮਝਾਉਂਦੇ ਹਨ ਅਗਲੀ ਪੌੜੀ ਵਿੱਚ, ਇਹ ਤੇ ਆਪਾਂ ਲੜੀ ਜੋੜਨ ਵਾਸਤੇ ਵਿਚਾਰ ਕੀਤੀ ਹੈ ਭਾਈ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਉਹਨਾਂ ਨੂੰ ਅਸਲੀ ਸੁੱਖ, ਸੱਚਾ ਸੁੱਖ, ਸਦੀਵੀ ਸੁੱਖ, ਸੁੱਖ ਆਨੰਦ ਵਾਲਾ ਸੁੱਖ ਉਸ ਹਿਰਦੇ ਵਿੱਚ, ਜੀਵਨ ਵਿੱਚ ਹੋ ਜਾਂਦਾ ਹੈ, ਜਿਸ ਘਰ ਦੇ ਵਿੱਚ ਨਿਰੰਤਰ ਲਗਾਤਾਰ ਅਨਹਦ ਨਾਦ ਵੱਜ ਪੈਂਦਾ, ਪ੍ਰਗਟ ਹੋ ਜਾਂਦਾ ਹੈ। ਸਾਚੀ ਲਿਵਾ ਬਨ ਦੇ ਨਮਾਣੀ, ਸੱਚੀ ਲਿਵ ਤੋਂ ਬਿਨਾਂ, ਸੱਚੇ ਧਿਆਨ ਤੋਂ ਬਿਨਾਂ, ਜਿਹੜੀ ਦੇਹ ਹੈ ਸਾਡੀ, ਜੋ ਜ਼ਿੰਦ ਹੈ ਸਾਡੀ, ਜੋ ਦੇਹ ਹੈ ਸਾਡੀ, ਜ਼ਿੰਦਗੀ, ਸਾਡਾ ਸਰੀਰ, ਸਭ ਕੁਝ ਵਿੱਚੇ ਆ ਗਿਆ। ਦੇਹ ਦੇ ਵਿੱਚ ਕੀ ਆਉਂਦਾ? ਸਾਡਾ ਜੀਵਨ, ਸਾਡੀ ਜ਼ਿੰਦਗੀ, ਸਾਡੀ ਜ਼ਿੰਦ, ਸਾਡੀ ਦੇਹ। ਇਹ ਬੜੀ ਨਿਮਾਣੀ ਹੈ, ਬੜੀ ਨਿਤਾਣੀ ਹੈ, ਬੜੀ ਹੌਲੇ ਮਿਲਦੀ ਹੈ, ਸੱਤਾ ਰਹਿਤ ਹੈ, ਬੜੀ ਕਮਜ਼ੋਰ ਹੈ। ਜੇ ਲਿਵ ਨਹੀਂ ਜੁੜੀ ਹੋਈ, ਘੱਟੋ ਘੱਟ ਧਿਆਨ ਜੁੜਿਆ ਚਾਹੀਦਾ, ਲਗਨ ਹੋਣੀ ਚਾਹੀਦੀ। ਜੇ ਮਨੁੱਖ ਦੇ ਮਨ ਵਿੱਚ ਲਗਨ ਹੈ, ਕਿਸੇ ਕੰਮ ਵਾਸਤੇ ਵੀ ਲਗਨ ਚਾਹੀਦੀ ਹੈ। ਜੇ ਨਾਮ ਦੀ ਲਗਨ ਹੈ, ਬਾਣੀ ਦੀ ਲਗਨ ਹੈ, ਤਾਂ ਤੇ ਇਹ ਬਲਵਾਨ ਹੈ, ਬੁੱਧ ਬਲ ਉੱਚਾ ਹੁੰਦਾ। ਜੇ ਲਗਨ ਹੀ ਨਹੀਂ, ਬਾਣੀ ਦੀ, ਨਾਮ ਦੀ, ਸੱਚ ਦੀ, ਚੰਗਾ ਕਰਨ ਦੀ ਲਗਨ ਹੀ ਨਹੀਂ ਹੈ ਅੰਦਰ, ਤੜਫ ਹੀ ਨਹੀਂ, ਧਿਆਨ ਹੀ ਨਹੀਂ ਇਸ ਪਾਸੇ, ਤਾਂ ਫਿਰ ਦੇਹ ਬਹੁਤ ਨਿਵਾਣੀ। ਕਿਉਂਕਿ ਲਿਵ ਬੜੇ, ਕਿਉਂਕਿ ਜਦੋਂ ਜਨਮਿਆ ਸੀ ਉਦੋਂ ਲਿਵ ਜਿਹੜੀ ਉਹ ਟੁੱਟ ਗਈ ਨਾ, ਫਿਰ ਉਸ ਨੂੰ ਉਸੇ ਵੇਲੇ ਜੋੜਨਾ ਸੀ। ਜਿਨ੍ਹਾਂ ਨੂੰ ਘਰ ਦੇ ਵਿੱਚ ਵਿਰਸੇ ਵਿੱਚ ਹੀ ਧਰਮ ਮਿਲ ਜਾਂਦਾ ਸਮੇਂ ਸਿਰ, ਘਰੋਂ ਮਿਲ ਵੀ ਜਾਵੇ ਧਰਮ, ਪਰ ਬੱਚਾ ਸਮਝਣ ਵਾਸਤੇ ਵੀ ਤਿਆਰ ਹੋਵੇ, ਫਿਰ ਤੇ ਲਿਵ ਜੁੜ ਜਾਂਦੀ ਹੈ, ਜਿੱਥੋਂ ਟੁੱਟੀ ਸੀ ਉੱਥੇ ਹੀ ਜੁੜ ਜਾਂਦੀ। ਪਰ ਜੇ ਵਿੱਚ ਸਮਾਂ ਪੈ ਜਾਂਦਾ ਫਿਰ ਭਾਈ ਲਿਵ ਜੋੜਨੀ ਔਖੀ ਹੁੰਦੀ ਹੈ, ਨਾਮੁਮਕਿਨ ਨਹੀਂ।
ਪਰ ਜੋੜਨੀ ਪੈਂਦੀ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਜੇ ਲਗਨ ਨਹੀਂ ਨਾਮ ਦੀ ਸੱਚ ਦੀ ਤਾਂ ਭਾਈ ਇਹ ਜ਼ਿੰਦਗੀ ਬਹੁਤ ਨਿਮਾਣੀ ਹੈ, ਹੌਲੇ ਮੇਲ ਦੀ ਹੈ, ਬੜੀ ਕਮਜ਼ੋਰ ਹੈ, ਸੱਤਾ ਰਹਿਤ ਹੈ। ਇਸ ਤੋਂ ਬਿਨਾਂ ਵਿਚਾਰੀ ਕੀ ਕਰ ਸਕਦੀ ਹੈ? ਲਗਨ ਤੋਂ ਬਿਨਾਂ ਨਹੀਂ ਕੋਈ ਕੰਮ ਕੀਤਾ ਜਾ ਸਕਦਾ। ਗੁਰੂ ਦੀ ਕਿਰਪਾ ਲੈਣੀ ਹੈ, ਗੁਰੂ ਦੀ ਬਖਸ਼ਿਸ਼ ਲੈਣੀ ਹੈ, ਗੁਰੂ ਦੀ ਰਹਿਮਤ ਮੰਨਣੀ ਹੈ, ਅੰਗ ਸੰਗ ਪ੍ਰਤੀਤ ਹੋਵੇ ਤਾਂ ਫਿਰ ਭਾਈ ਇਹ ਜ਼ਰੂਰੀ ਹੈ, ਲਗਨ ਪੈਦਾ ਕਰੋ। ਜੇ ਆਪਾਂ ਲਗਨ ਨਹੀਂ ਪੈਦਾ ਕਰ ਸਕਦੇ, ਵੀ ਅਸੀਂ ਤੇ ਭਾਈ ਲਗਨ ਵੀ ਨਹੀਂ ਪੈਦਾ ਕਰ ਸਕਦੇ, ਸਾਡੇ ਅੰਦਰ ਤੇ ਭੁੱਖ ਨਹੀਂ ਜਾਗਦੀ, ਉਹਦਾ ਵੀ ਇਲਾਜ ਹੈਗਾ। ਜਿਵੇਂ ਕਿਸੇ ਮਨੁੱਖ ਨੂੰ ਭੁੱਖ ਨਾ ਲੱਗੇ, ਵੀ ਮੇਰਾ ਮੂੰਹ ਦਾ ਸਵਾਦ ਚੰਗਾ ਨਹੀਂ, ਭੁੱਖ ਨਹੀਂ ਲੱਗਦੀ, ਉਹ ਫਿਰ ਵੈਦ ਕੋਲੇ ਜਾਂਦਾ, ਡਾਕਟਰ ਕੋਲੇ ਜਾਂਦਾ, ਜਾਂ ਕੋਈ ਜੜੀ ਬੂਟੀ ਕਰਦਾ, ਕੋਈ ਨੁਸਖਾ ਵਰਤਦਾ, ਤੇ ਭੁੱਖ ਲੱਗਣ ਲੱਗ ਪੈਂਦੀ ਹੈ। ਭੁੱਖ ਨਾ ਲੱਗੇ ਤੇ ਕੋਈ ਚੁੱਪ ਕਰਕੇ ਥੋੜ੍ਹਾ ਬੈਠਦਾ ਵੀ ਚੰਗਾ ਨਹੀਂ ਭੁੱਖ ਲੱਗਦੀ ਤੇ ਖਾਣਾ ਨਹੀਂ ਖਾਣਾ ਪਏਗਾ। ਭੁੱਖ ਨਾ ਲੱਗੇ ਤੇ ਚਿੰਤਾ ਦਾ ਵਿਸ਼ਾ ਹੈ ਵੀ ਭਾਈ ਭੁੱਖ ਨਾ ਲੱਗੀ, ਕੁਝ ਖਾਧਾ ਨਾ, ਹਜ਼ਮ ਨਾ ਹੋਇਆ ਤੇ ਸਰੀਰ ਨਤਾਣਾ ਹੋ ਜਾਏਗਾ, ਕਮਜ਼ੋਰ ਪੈ ਜਾਵੇਗਾ। ਜੇ ਹੁਣ ਲਗਨ ਨਹੀਂ, ਨਾਮ ਦੀ ਭੁੱਖ ਨਹੀਂ, ਤੇ ਇਹ ਲੱਗ ਸਕਦੀ, ਇਸ ਦਾ ਵੀ ਇਲਾਜ ਹੈਗਾ। ਇਹ ਲੱਗਦੀ ਕਿਉਂ ਨਹੀਂ? ਸਾਧ ਸੰਗਤ ਬਿਨਾ ਭਾਉ ਨਹੀਂ ਉਪਜਿਆ। ਵੇਖੋ ਸਤਿਗੁਰੂ ਜੀ ਨੇ ਕਿੰਨਾ ਤਕੜਾ ਪ੍ਰਬੰਧ ਕੀਤਾ। ਭਾਵੇਂ ਵਿਅਕਤੀਗਤ ਤੌਰ 'ਤੇ ਆਪਣਾ ਮਨੁੱਖ ਨੇ ਆਪ ਨਾਮ ਜਪਣਾ ਹੈ, ਆਪਣਾ ਸੁਧਾਰ ਆਪ ਕਰਨਾ, ਪਰ ਸੰਗਤ ਦਾ ਪ੍ਰਬੰਧ ਕੀਤਾ। ਗੁਰੂ ਨੇ ਧਰਮਸ਼ਾਲਾ ਥਾਪੀਆਂ, ਗੁਰਦੁਆਰੇ ਅੱਗੇ ਤੋਂ ਅੱਗੇ ਬਣਦੇ ਹੀ ਆਉਂਦੇ ਆ। ਇਹ ਭਾਵਨਾ ਇੱਕ ਪੰਥ ਵਿੱਚ, ਸੰਗਤ ਵਿੱਚ ਇਹ ਭਾਵਨਾ ਕੰਮ ਕਰਦੀ ਵੀ ਧਰਮਸ਼ਾਲਾ ਬਣਦੀ ਆ, ਉਹ ਚੱਲਦੀ ਆ, ਉੱਥੇ ਸੰਗਤ ਹੁੰਦੀ ਹੈ। ਤੇ ਸੰਗਤ ਵਿੱਚ ਜੇ ਮਨੁੱਖ ਤਨੋ ਮਨੋ ਇਕਾਗਰ ਹੋ ਕੇ ਸੰਗਤ ਵਿੱਚ ਆ ਕੇ ਬੈਠ ਜਾਵੇ ਨਾਲ ਇਮਾਨਦਾਰੀ ਨਾਲ, ਤੇ ਤਾਂ ਵੀ ਲਗਨ ਪੈਦਾ ਹੋ ਜਾਂਦੀ ਆ, ਲਿਵ ਲੱਗ ਜਾਂਦੀ ਆ, ਭੁੱਖ ਲੱਗ ਜਾਂਦੀ। ਉਹ ਪ੍ਰਮਾਣ ਲਿਆਉਣਾ, ਇਹ ਯਾਦ ਕਰ ਲਓ ਸਾਰੇ, ਧਿਆਨ ਨਾਲ ਪੜ੍ਹ ਲਓ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨਾ ਭਗਤ ਨਹੀਂ ਹੋਏ ਤੇ। ਜਿੰਨਾ ਚਿਰ ਅਸੀਂ ਸੰਗਤ ਨਹੀਂ ਕਰਦੇ, ਸੰਗਤ ਮਾਪਿਆਂ ਦੀ ਮਿਲ ਜੇ, ਗੁਰਦੁਆਰੇ ਦੀ ਤੇ ਜ਼ਰੂਰੀ ਹੈ ਨਾ, ਇਹ ਤਾਂ ਸਭ ਤੋਂ ਵੱਡੀ ਆ ਧਾਰਮਿਕ ਸਥਾਨ ਤੇ ਗੁਰੂ ਦੀ ਹਜ਼ੂਰੀ ਵਿੱਚ। ਮਾਪੇ ਇੰਨੇ ਧਾਰਮਿਕ ਆ, ਕਈ ਮਾਪਿਆਂ ਦੀ ਸੰਗਤ ਮਾਣ ਲੈਂਦੇ ਆ, ਦਾਦਾ ਦਾਦੀ ਨਾਨਾ ਨਾਨੀ ਧਾਰਮਿਕ ਨੇ, ਧਰਮ ਨਾਲ ਜੁੜੇ ਹੋਏ ਨੇ, ਸਿੱਖੀ ਨਾਲ। ਕੋਈ ਆਂਢੀ ਗਵਾਂਢੀ ਆ, ਕੋਈ ਦੋਸਤ ਮਿੱਤਰ ਹੀ ਮਿਲ ਜਾਂਦਾ ਐਸਾ, ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ। ਅਰਦਾਸ ਕਰ ਲੈਣੀ ਚਾਹੀਦੀ ਹੈ, ਆਪਾਂ ਵੀ ਕਰ ਲਈਏ ਮਿਲ ਕੇ, ਕਿਤੇ ਵੀ ਮਿਲ ਸਕਦੇ ਆ। ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ। ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲੀ ਉਹਨਾਂ ਪਿਆਰਿਆਂ ਨੂੰ। ਜਿੰਨਾ ਮਿਲਿਆ ਤੇਰਾ ਸਹੀ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਦੋਸਤ ਵੀ ਐਸੇ ਹੋਣ, ਮਿੱਤਰ ਵੀ ਐਸੇ ਹੋਣ, ਰਿਸ਼ਤੇਦਾਰੀ ਵੀ ਐਸੀ ਥਾਂ ਤੇ ਬਣੇ, ਗੁਰਸਿੱਖ ਗੁਰਮੁਖ ਪਿਆਰੇ ਹੋਣ, ਨਾਮ ਚਿੱਤ ਆਵੇ, ਕੋਈ ਚੰਗਾ ਸੁਣਨ ਨੂੰ, ਸਮਝਣ ਨੂੰ, ਸਿੱਖਣ ਨੂੰ ਮਿਲੇ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਸੰਗਤ ਕਰਨ ਤੋਂ ਬਿਨਾ ਪ੍ਰੇਮਾ ਭਗਤੀ ਪੈਦਾ ਨਹੀਂ ਹੁੰਦੀ, ਤੜਫ ਤਾਂਗ ਲਿਵ ਲੱਗਦੀ ਨਹੀਂ। ਤੇ ਜਿੰਨਾ ਚਿਰ ਲਗਨ ਨਹੀਂ, ਲਿਵ ਨਹੀਂ ਲੱਗਦੀ, ਉਹਨਾਂ ਚਿਰ ਭਗਤੀ ਨਹੀਂ ਹੋ ਸਕਦੀ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ। ਰਾਜਾ ਰਾਮ ਹੈ ਬ੍ਰਹਮ ਗਿਆਨ। ਰਵਿਦਾਸ ਦੇ ਅੰਦਰ ਜਦੋਂ ਨਾਦ ਪ੍ਰਗਟ ਹੁੰਦਾ, ਸਾਰੀ ਤਰ੍ਹਾਂ ਦੀ ਸਿੱਖਿਆ ਇੱਦਾਂ ਵਿੱਚੋਂ ਮਿਲਦੀ ਹੈ। ਦੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਜੇ ਜ਼ਿੰਦਗੀ ਵਿੱਚ ਲਗਨ ਨਹੀਂ ਹੈ ਤੇ ਫਿਰ ਵਿਚਾਰ ਵੀ ਨਹੀਂ ਹੋ ਸਕਦੀ, ਤੇ ਜਿੰਦ ਵਿਚਾਰੀ ਕੀ ਕਰ ਸਕਦੀ ਹੈ? ਕੋਈ ਆਰ ਪਾਰ ਫਿਰ ਕੀਤਾ ਨਹੀਂ ਹੋ ਸਕਦਾ, ਕੀਤਾ ਨਹੀਂ ਜਾ ਸਕਦਾ, ਕਿਉਂਕਿ ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਜਦੋਂ ਬੁੱਧ ਕੋਲੇ ਬਲ ਹੀ ਨਹੀਂ ਹੈਗਾ
ਤਾਂ ਬੁੱਧ ਕੋਲੇ ਬਲ ਛੁਟਕ ਗਿਆ ਤੇ ਫਿਰ ਉਪਾਅ ਕੀ ਹੋ ਸਕਦਾ ਹੈ? ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਜ਼ਿੰਦਗੀ ਨੂੰ ਸਫਲ ਕਰਨ ਦਾ ਕਾਰਜ ਆਪਣੇ ਹੱਥ ਹੈ, ਆਪ ਸਵਾਰਨਾ ਪੈਂਦਾ। ਬਾਕੀ ਕੰਮ ਤੇ ਕੋਈ ਦੂਜਾ ਵੀ ਕਰ ਦਿੰਦਾ, ਪਰ ਧਰਮ ਕਮਾਉਣ ਵਾਲਾ, ਨਾਮ ਜਪਣ ਵਾਲਾ, ਸੱਚ ਨੂੰ ਸਮਝਣ ਵਾਲਾ, ਅਵਸਥਾ ਬਣਾਉਣ ਵਾਲਾ ਤੇ ਮਨੁੱਖ ਨੂੰ ਆਪੇ ਆਪ ਹੀ ਕਰਨਾ ਪੈਂਦਾ। ਤੇ ਜਿਹੜਾ ਬੁੱਧ ਬਲ ਹੈ, ਹੁਣ ਇੱਥੇ ਕਿਹਾ ਵੀ ਨਾਮ ਤੋਂ ਬਿਨਾਂ ਜੇ ਲਗਨ ਨਹੀਂ ਤੇ ਇਹ ਬੜੀ ਕਮਜ਼ੋਰ ਹੈ, ਕਮਜ਼ੋਰ ਪੈ ਜਾਂਦੀ। ਇੱਥੇ ਸਤਿਗੁਰੂ ਜੀ ਨੇ ਇਹ ਫੁਰਨਾ ਬਖਸ਼ਿਆ ਕਿ ਇਹ ਕਮਜ਼ੋਰ ਕਿਉਂ ਪੈਂਦੀ ਹੈ, ਬਲਵਾਨ ਕਿਵੇਂ ਹੋ ਸਕਦੀ ਹੈ। ਗੁਰਬਾਣੀ ਵਿੱਚ ਪ੍ਰਮਾਣ ਹਨ 4 ਪੈਰ ਵਾਲੇ। ਚਾਰੇ ਪੈਰ ਧਰਮ ਦੇ, ਇਹ ਤੇ ਭਾਈ ਗੁਰਦਾਸ ਜੀ ਦੀ ਆ, ਪਰ ਇਹ ਗੁਰਬਾਣੀ ਦੇ ਵਿੱਚ ਵੀ ਪੱਗ ਚੌਥਾ ਟਿਕੇ ਟਿਕਾਇਆ, ਉੱਥੇ ਪੱਗ ਆਉਂਦਾ ਭਾਈ ਗੁਰਦਾਸ ਦੀਆਂ ਵਰਾਂ ਵਿੱਚ। ਚਾਰੇ ਪੈਰ ਧਰਮ ਦੇ, 4 ਵਰਨ 1 ਵਰਨ ਕਰਾਇਆ। ਅਸਲ ਵਿੱਚ ਜਿਹੜੀ ਯੁੱਗਾਂ ਦੀ ਗੱਲ, ਹਾਂ ਇਹਦੇ ਤੁਸੀਂ ਅੱਗੇ ਪਿੱਛੇ ਜਾਓ। ਜਿਵੇਂ ਕਲਯੁੱਗ ਵਿੱਚ ਉਹਨਾਂ ਕਿਹਾ ਵੀ ਉੱਥੇ ਆਉਂਦਿਆਂ ਆਉਂਦਿਆਂ 3 ਪੈਰ ਖਤਮ ਹੋ ਜਾਂਦੇ। ਹਾਂ ਬਿਲਕੁਲ, ਸਤਯੁੱਗ ਤੇ ਆਓ। ਸਤਯੁੱਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ। ਅਸੀਂ ਯੁੱਗਾਂ ਬਾਰੇ ਆਸਾ ਕੀ ਵਾਰ ਦੇ ਵਿੱਚ ਸੰਖੇਪ ਵਿਚਾਰ ਕੀਤੀ ਸੀ ਵੀ ਜਿਹੜੀ ਜਿੰਦ ਉਹ ਨਿਮਾਣੀ ਆ ਲਗਨ ਤੋਂ ਬਿਨਾਂ। ਤੇ ਗੁਰੂ ਤੇਗ ਬਹਾਦਰ ਜੀ ਦਾ ਸਲੋਕ ਉਹ ਵੀ ਅਸੀਂ ਵਿਚਾਰੇ ਸਨ ਕਿ ਬਲ ਛੁੱਟ ਕੇ ਉਹ ਬੰਧਨ ਪਰੇ। ਜਦੋਂ ਬਲ ਘਟਦਾ ਤੇ ਬੰਧਨ ਪੈ ਜਾਂਦੇ, ਭਾਵ ਜਦੋਂ ਸਰੀਰ ਦੀ ਸ਼ਕਤੀ ਘਟਦੀ ਆ, ਕੋਈ ਬੰਦਾ ਵੀਕ ਹੁੰਦਾ ਵੀ ਵੀਕਨੈਸ ਹੈ, ਕਮਜ਼ੋਰੀ ਆਉਂਦੀ, ਤੇ ਜਿੰਨਾ ਸਰੀਰ ਕਮਜ਼ੋਰ ਹੋਏਗਾ, ਕਮਜ਼ੋਰ ਸਰੀਰ ਨੂੰ ਬਿਮਾਰੀਆਂ ਜ਼ਿਆਦੀਆਂ ਲੱਗਦੀਆਂ। ਜਿੰਨਾ ਸਰੀਰ ਤਾਕਤਵਰ ਹੋਏਗਾ, ਬਲਵਾਨ ਹੋਵੇਗਾ, ਤੇ ਉਹ ਬਿਮਾਰੀ ਦਾ ਸਾਹਮਣਾ ਕਰਦਾ, ਬਿਮਾਰੀ ਨੇੜੇ ਨਹੀਂ ਆਉਂਦੀ। ਇੱਦਾਂ ਹੀ ਆਤਮਿਕ ਜੀਵਨ। ਤੇ ਸਤਯੁੱਗ ਵਾਲੀ ਅਵਸਥਾ, ਸੱਚਖੰਡ ਵਾਲੀ ਅਵਸਥਾ, ਜਿੱਥੇ ਨਾਦ ਪ੍ਰਗਟ ਹੁੰਦਾ। ਕੱਲ੍ਹ ਦੀ ਜੋ ਵਿਚਾਰ ਚੱਲ ਰਹੇ ਨਾ, ਜਿੱਥੇ ਨਾਦ ਪ੍ਰਗਟ ਹੁੰਦਾ, ਨਾਦ ਅੰਦਰ ਮਹਿਸੂਸ ਹੁੰਦਾ ਹੈ ਪੂਰਨ ਤੌਰ 'ਤੇ ਜਦੋਂ ਹੋ ਜੇ, ਉਹ ਸਤਯੁੱਗ ਵਾਲੀ ਅਵਸਥਾ ਹੈ ਕਿ ਉਹ ਸਮਾਂ ਐਸਾ ਜਦੋਂ ਸੱਤ ਦੇ ਨਾਲ ਮਨੁੱਖ ਇੱਕ ਮਿਕ। ਉੱਥੇ ਇੰਨਾ ਸਤ ਸੰਤੋਖ ਹੈ, ਪੱਗ ਚਾਰੇ ਧਰਮ ਧਿਆਨ ਜੀ। ਆ ਵੇਖੋ ਇੱਥੇ ਚਾਰੇ ਪੈਰ ਆ। ਜਿੰਨਾ ਮਨੁੱਖ ਦੇ ਕੋਲੇ ਗਿਆਨ ਹੁੰਦਾ ਹੈ ਸਤਯੁੱਗ ਵਿੱਚ, ਜਿੰਨਾ ਮਨੁੱਖ ਦੇ ਕੋਲੇ ਸੱਚ ਦਾ ਗਿਆਨ ਹੁੰਦਾ ਹੈ ਸੱਚਖੰਡ ਵਾਲੀ ਅਵਸਥਾ ਵਿੱਚ, ਜਿੰਨਾ ਮਨੁੱਖ ਦੇ ਕੋਲੇ ਗਿਆਨ ਤੇ ਅਵਸਥਾ ਹੁੰਦੀ ਆ, ਚਾਰੇ ਲਾਵਾਂ ਬਾਹਰੋਂ ਤੇ ਅਸੀਂ ਲੈਨੇ, ਅੰਦਰੋਂ ਜਿੰਨੇ ਲੈ ਲਈਆਂ, ਜਿਹਨੇ ਅੰਦਰੋਂ ਚਾਰੇ ਲਾਵਾਂ ਲੈ ਕੇ ਜਿਹੜਾ ਸੱਚ ਦੇ ਨਾਲ ਜਿਹੜੀ ਜ਼ਿੰਦ ਜੁੜ ਗਈ, ਤੇ ਚਾਰੇ ਲਾਵਾਂ ਅੰਦਰੋਂ ਜਿਹਨੇ ਸੁਣ ਮਨ ਸਮਝ ਲਈਆਂ, ਜਿਹੜਾ ਉਹ ਗਿਆਨ ਤੇ ਅਵਸਥਾ ਬਣਦੀ ਹੈ। ਜਾਂ ਚਾਰੇ ਪਦਾਰਥ ਜਿਹਦੇ ਕੋਲੇ ਆ ਗਏ, ਗਿਆਨ ਪਦਾਰਥ, ਮੁਕਤ ਪਦਾਰਥ, ਫਿਰ ਨਾਮ ਪਦਾਰਥ, ਫਿਰ ਜਨਮ ਪਦਾਰਥ। ਜਨਮ ਪਦਾਰਥ ਤੇ ਕਬੀਰ ਜੀ ਦੇ ਉਹ ਚਾਰੇ ਸ਼ਲੋਕ, ਜਿੱਥੇ ਅਖੀਰ ਵਿੱਚ ਉਹ ਕਹਿੰਦੇ ਹਨ ਕਿ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਦੋਂ ਹਰ ਵਰਗਾ ਮਨੁੱਖ ਹੁੰਦਾ, ਉਦੋਂ ਇਹਦੇ ਕੋਲੇ ਜਿਹੜੀ ਇਹਦੀ ਅਵਸਥਾ ਹੁੰਦੀ ਹੈ, ਜਿਹੜਾ ਇਹਦਾ ਗਿਆਨ ਹੁੰਦਾ, ਉਸ ਨੂੰ 4 ਹਿੱਸਿਆਂ ਵਿੱਚ ਵੰਡ ਲਈਏ ਤੇ ਉਹਨੂੰ ਚਾਰੇ ਪੈਰ ਕਹਿੰਦੇ ਆ। ਪੈਰ ਦਾ ਮਤਲਬ ਹੁੰਦਾ ਪਾਰਟ, ਹਿੱਸਾ। ਵੀ ਜਦੋਂ ਇਹਦੀ ਕੰਪਲੀਟ ਸੰਪੂਰਨ ਅਵਸਥਾ ਹੈ ਨਾ ਸਤਯੁੱਗ ਵਾਲੀ, ਜਦੋਂ ਇਹਦੀ ਲਿਵ ਨਹੀਂ ਸੀ ਛੁੜਕੀ, ਉਦੋਂ ਵੀ ਇਹੀ ਅਵਸਥਾ ਸੀ। ਜਦੋਂ ਇਹ ਕਹਿੰਦੇ ਆ ਵੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਕਿਵੇਂ ਲੱਗ ਗਈ? ਉਦੋਂ ਦੇਹ ਨਿਮਾਣੀ ਹੋ ਗਈ, ਲਿਵੇ ਤੋਂ ਵਾਂਝੀ ਹੋ ਗਈ। ਜਦੋਂ ਲਿਵ ਤੋਂ ਵਾਂਝੀ ਹੋਈ ਤਾਂ ਉਹ ਬਲ ਘਟ ਗਿਆ ਨਾ, ਬੁੱਧ ਬਲ ਘਟ ਗਿਆ। ਉਸ ਤੋਂ ਪਹਿਲੋਂ ਪਰਮੇਸ਼ਰ ਨੇ ਦਿੱਤਾ ਸੀ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰੱਖਨ ਹਾਰੇ। ਫਿਰ ਇਹ ਚਲੋ ਕੁਦਰਤ ਦਾ ਨਿਜ਼ਮ ਆ, ਵਿਧੀ ਵਿਧਾਨ ਹੈ, ਪਰਮੇਸ਼ਰ ਦੀ ਖੇਡ ਹੈ, ਉਹਨੇ ਖੇਡ ਵੀ ਬਣਾਈਆਂ, ਸਾਨੂੰ ਸਮਝਾਈ ਵੀ। ਇਸ ਕਰਕੇ ਉਹ ਲਿਆਉਣਾ ਸਤਯੁੱਗ ਸਭ ਸੰਤੋਖ ਸਰੀਰਾ। ਉੱਥੇ ਇੰਨਾ ਸਤ ਸੰਤੋਖ ਹੈ ਉਸ ਅਵਸਥਾ ਵਿੱਚ, ਜਿਵੇਂ ਸਾਹਿਬਜ਼ਾਦਿਆਂ ਦੀ ਅਵਸਥਾ ਹੈ, ਗੁਰੂ ਸਾਹਿਬਾਨ ਦੀ, ਭਗਤਾਂ ਦੀ, ਅਨੇਕਾਂ ਹੋਰ ਗੁਰਸਿੱਖ ਹਰ ਯੁੱਗ ਯੁੱਗ ਭਗਤੋਂ ਪਾਇਆ ਪੈਦਾ ਹੁੰਦੇ ਰਹਿੰਦੇ। ਉਹ ਇਸ ਅਵਸਥਾ ਦੇ ਜਦੋਂ ਮਾਲਕ ਹੁੰਦੇ,
ਉਹਨਾਂ ਕੋਲੇ ਇੰਨਾ ਗਿਆਨ ਹੁੰਦਾ, ਇੰਨਾ ਸੱਚ ਹੁੰਦਾ, ਇੰਨੀ ਅਵਸਥਾ ਹੁੰਦੀ ਆ ਕਿ ਚਾਰੇ ਪੈਰ ਆ ਉਹਨਾਂ ਦੇ, ਚਾਰ ਪੈਰਾਂ 'ਤੇ ਬਰਾਬਰ ਭਾਰ ਹੈ, ਕੋਈ ਡਾਵਾਂ ਡੋਲ ਨਹੀਂ। ਚਾਰ ਪੈਰ ਇਸ ਨੂੰ ਕਿਉਂ ਕਿਹਾ? ਚਾਰ ਪੈਰ ਇਸ ਨੂੰ ਤਾਂ ਕਿਹਾ ਵੀ ਜਿੰਨਾ ਉਹਨਾਂ ਕੋਲੇ ਗਿਆਨ ਉਹਨੂੰ ਤੁਸੀਂ ਚਾਰ ਹਿੱਸਿਆਂ ਵਿੱਚ ਵੰਡ ਲਓ, ਚਾਰ ਭਾਗ ਕਰ ਲਓ ਉਹਦੇ। ਫਿਰ ਅਗਲਾ ਯੁੱਗ ਕਿਵੇਂ ਮਨ ਆਤਮਾ ਦੇ ਤਲ 'ਤੇ ਬਦਲਦੇ ਆ। ਜਦੋਂ ਤਰੇੜ ਪੈਂਦੀ ਆ ਨਾ ਥੋੜ੍ਹੀ ਜਿਹੀ, ਤਰੇਤਾ ਨਹੀਂ, ਉਹ ਪੰਕਤੀ ਲਿਆ, ਉਹਦੇ ਵਿੱਚ ਪੈਰ ਦੀ ਗੱਲ ਹੈ ਨਾ, ਉਹ ਅਗਲੀ ਤੋਂ ਅਗਲੀ ਪੰਕਤੀ ਲੈ ਆਉਣੀ। ਹਾਂ, ਅੱਗੇ ਤੋਂ ਅੱਗੇ ਪੰਕਤੀ ਲੈ ਆਓ, ਫਿਰ ਆਏਗਾ। ਹਾਂਜੀ, ਇਸ ਤੋਂ ਅੱਗੇ, ਹਾਂ, ਪੱਗ ਚੌਥਾ ਖਿਸਿਆ, ਤ੍ਰੈ ਪੱਗ ਟਿਕਿਆ, ਮਨ ਹਿਰਦਾ ਕ੍ਰੋਧ ਜਲਾਏ ਜੀ। ਜਦੋਂ ਲਿਵ ਛੁੱਟਦੀ ਆ ਨਾ ਇਹਦਾ ਗਿਆਨ ਘਟਦਾ ਹੈ। ਹੁਣ ਸਾਨੂੰ ਦੁਬਾਰਾ ਲੈਣ ਦੀ ਲੋੜ ਹੈ ਨਾ। ਫਿਰ ਪੱਗ ਚੌਥਾ ਖਿਸਿਆ, ਹੁਣ ਚੌਥਾ ਪੱਗ ਕਹਿੰਦੇ ਇੱਕ ਪੈਰ ਟੁੱਟ ਗਿਆ, ਭਾਵ 100 ਦੇ ਵਿੱਚੋਂ 100% ਗਿਆਨ ਸੀ ਸਤਯੁਗ ਵਿੱਚ, ਤੇ ਮੁੜ ਕੇ 25 ਘਟ ਗਿਆ। ਜਦੋਂ 25% ਇਹਦਾ ਗਿਆਨ ਘਟ ਗਿਆ ਨਾ, ਚੌਥਾ ਹਿੱਸਾ, ਤੇ 3 ਹਿੱਸੇ ਰਹਿ ਗਿਆ, 75% ਰਹਿ ਗਿਆ। ਆਪਾਂ ਚਲੋ ਇੱਦਾਂ ਸੌਖਾ ਸਮਝ ਲਈਏ ਵੀ ਚੌਥਾ ਹਿੱਸਾ ਗਿਆਨ ਜੇ ਘਟ ਗਿਆ ਤਾਂ ਇੱਕ ਪਦਾਰਥ ਚਲੇ ਗਿਆ, ਇੱਕ ਲਾਂ ਹੀ ਜਿਹੜੀ ਉਹ ਘਟ ਗਈ, ਇੱਕ ਖੰਡ ਤੋਂ ਵਾਂਝਾ ਹੋ ਗਿਆ। ਜਿਹੜਾ ਚੌਥਾ ਹਿੱਸਾ ਗਿਆਨ ਘਟ ਗਿਆ, ਕਿੱਥੇ ਆ ਕੇ? ਤਰੇਤੇ ਵਿੱਚ। ਉਹ ਤਰੇਤੇ ਵਾਲੀ ਅਵਸਥਾ ਹੁੰਦੀ ਹੈ ਜਦੋਂ ਤਰੇੜ ਪੈਂਦੀ ਆ। ਤੇ ਬਾਕੀ ਤਿੰਨ ਪੈਰ ਕੀ ਰਹਿ ਗਏ? 3 ਪੱਗ ਰਹਿ ਗਏ, ਭਾਵ 3 ਹਿੱਸੇ ਗਿਆਨ ਬਾਕੀ ਰਹਿ ਗਏ। ਹਾਂਜੀ, ਉਸ ਤੋਂ ਅੱਗੇ ਆਓ। ਹਾਂਜੀ, ਅੱਗੇ ਜਿਹੜਾ ਯੁੱਗ ਆਏਗਾ ਦੁਆਪਰ। ਹਾਂਜੀ, ਇਹਦੀ ਅਗਲੀ ਪੰਕਤੀ ਵਿੱਚ ਆਪਾਂ ਸਾਰਾ ਨਹੀਂ ਵਿਚਾਰਨਾ। ਹਾਂ, ਫਿਰ ਕਿਰਿਆ ਕਰਮ ਕਮਾਇਆ, ਪੱਗ ਦੋਏ ਖਿਸਕਾਇਆ, ਦੋਏ ਪੱਗ ਟਿਕੇ ਟਿਕਾਏ ਜਿਉ। ਇਹ ਹੁਣ ਦੁਆਪਰ ਦੀ ਗੱਲ। ਜਦੋਂ ਦੁਆਪਰ ਵਾਲੀ ਅਵਸਥਾ ਵਿੱਚ ਆਉਂਦਾ ਹੈ ਤੇ 2 ਪੱਗ ਇਹਦੇ ਰਹਿ ਜਾਂਦੇ ਹਨ, 2 ਚਲੇ ਗਏ, ਭਾਵ ਅੱਧਾ ਗਿਆਨ ਰਹਿ ਗਿਆ। 4 ਹਿੱਸਿਆਂ ਵਿੱਚ ਵੰਡ ਕੇ ਸਮਝਾਇਆ। 50% ਸੱਚ ਦਾ ਗਿਆਨ ਅਵਸਥਾ ਰਹਿ ਗਈ, 50 ਖਤਮ ਹੋ ਜਾਂਦੀ। ਇੱਦਾਂ ਲਿਵ ਟੁੱਟਦੀ ਹੈ। ਫਿਰ ਇਸ ਤੋਂ ਅੱਗੇ ਜਦੋਂ ਕਲਯੁਗ ਆਉਂਦਾ ਹੈ, ਕਲਯੁਗੀ ਅਵਸਥਾ ਦੇ ਵਿੱਚ 75%, 3 ਹਿੱਸੇ ਗਿਆਨ, 3 ਹਿੱਸੇ ਅਵਸਥਾ ਖਤਮ ਹੋ ਜਾਂਦੀ, ਡਾਊਨ ਹੁੰਦੀ ਆ ਕਲਯੁਗ ਵਿੱਚ। ਤੇ ਇੱਕ ਪੱਗ ਰਹਿੰਦਾ ਹੀ ਰਹਿੰਦਾ, ਇੱਕ ਨੇ ਤੇ ਰਹਿਣਾ ਹੀ। ਸਿਰਫ ਇੱਕ ਹਿੱਸਾ ਗਿਆਨ ਰਹਿ ਜਾਂਦਾ, ਕਿਉਂਕਿ ਅੰਦਰ ਜੋਤ ਹੈ, ਅੰਦਰ ਹਿਰਦੇ ਵਿੱਚ ਜਿਹੜਾ ਮਨ ਹੈ ਉਹ ਰਾਮ ਦੀ ਅੰਸ਼ ਹੈ। ਫਿਰ ਇਹ ਜਿਹੜਾ 25% ਗਿਆਨ ਰਹਿ ਗਿਆ, ਚੌਥਾ ਹਿੱਸਾ ਜਿਹੜਾ ਗਿਆਨ ਰਹਿ ਗਿਆ, ਫਿਰ ਜੇ ਮਿਹਨਤ ਕਰਦਾ ਤੇ ਇਹਦੇ ਨਾਲ ਬਾਕੀ ਸਾਰਾ ਗਿਆਨ ਵੀ ਹਾਸਲ ਕਰ ਸਕਦਾ। ਇਸ ਤਰ੍ਹਾਂ ਇਸ ਨੂੰ ਸਮਝਾਇਆ। ਤਾਂ ਕਿਹਾ ਵੀ ਜਿੰਨਾ ਬੁੱਧ ਬਲ ਘਟ ਜਾਂਦਾ ਹੈ, ਜਿੰਨੀ ਅਵਸਥਾ ਘਟ ਜਾਂਦੀ, ਜਿੰਨਾ ਗਿਆਨ ਘਟ ਜਾਂਦਾ, ਉਨੀ ਜ਼ਿੰਦ ਨਿਮਾਣੀ ਹੋ ਜਾਂਦੀ ਹੈ, ਨਤਾਣੀ ਹੋ ਜਾਂਦੀ, ਮਨ ਕਮਜ਼ੋਰ ਹੋ ਜਾਂਦਾ। ਉਹਨੂੰ ਉਹਨੇ ਵਿਸ਼ੇ ਵਿਕਾਰ ਫਿਰ ਉਹਨੇ ਘੇਰਦੇ, ਬਲ ਛੁੱਟ ਕੇ ਉਹ ਪੰਕਤੀ ਲਿਆਉਣੀ। ਬੁੱਧ ਦਾ ਬਲ ਗਿਆਨ ਸੱਚ ਜਿੰਨਾ ਘਟੇਗਾ, ਵੀ ਆਪਾਂ ਕਹਿੰਦੇ ਮੱਤ ਮਾਰੀ ਗਈ, ਜਦੋਂ ਮੱਤ ਮਾਰੀ ਜਾਂਦੀ ਆ ਫਿਰ ਬੰਧਨ ਪੈ ਜਾਂਦੇ, ਫਿਰ ਬੰਦਾ ਵਿਸ਼ੇ ਵਿਕਾਰਾਂ ਦੇ ਢਾਏ ਚੜ੍ਹ ਜਾਂਦਾ। ਵਿਸ਼ੇ ਵਿਕਾਰ ਉਸ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਂਦੇ, ਫਿਰ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਕੀ। ਉਹ ਵਿਸ਼ੇ ਵਿਕਾਰਾਂ ਵਿੱਚ ਡੁੱਬਿਆ ਗੋਤੇ ਖਾਂਦਾ ਹੈ ਇੱਧਰ ਉੱਧਰ, ਭਰਮ ਦੇ ਵਿੱਚ ਭੁੱਲਿਆ ਹੁੰਦਾ। ਉਹਨੂੰ ਲੱਗਦਾ ਖਰੇ ਵੀ ਇਹੋ ਹੀ ਸਭ ਕੁਝ ਠੀਕ ਹੈ, ਚੰਗਾ ਹੈ, ਰਸਾਂ ਕਸਾਂ ਵਿੱਚ ਪਿਆ ਰਹਿੰਦਾ, ਪਰ ਉਸ ਦਾ ਨੁਕਸਾਨ ਹੁੰਦਾ ਰਹਿੰਦਾ। ਇਸ ਦੇਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ, ਮਨ ਮੁਖ ਨਹੀਂ ਬੂਝੈ, ਕੋਇ ਨਾ ਸੁਣੇ ਪੁਕਾਰਾ। ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਕਿਉਂਕਿ ਮਾਇਆ ਬਹੁਤ ਪ੍ਰਬਲ ਹੈ। ਦੂਜਾ ਰੂਪ ਜਿੱਥੇ ਨਾਮ ਦੀ ਵਡਿਆਈ ਦੱਸੀ ਹੈ ਨਾ, ਉੱਥੇ ਮਾਇਆ ਦਾ ਪ੍ਰਬਲ ਰੂਪ ਵੀ ਦਿਖਾਇਆ ਵੀ ਇਹਨੂੰ ਕਮਜ਼ੋਰ ਨਹੀਂ ਸਮਝਣਾ। ਤਾਂ ਅਸੀਂ ਇਹ ਕੌਤਕ ਇਤਿਹਾਸ ਵਿੱਚ ਵੀ ਵਰਤੇ ਆ ਕਿ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਅਰਜਨ ਸਾਹਿਬ ਵੀ ਹਨ, ਉਹਨਾਂ ਦੇ ਪੁੱਤਰ ਮਹਾਦੇਵ ਤੇ ਪ੍ਰਿਥੀ ਚੰਦ ਵੀ। ਪ੍ਰਿਥੀ ਚੰਦ ਕਿਉਂ ਜਿਹੜੇ ਪੈ ਗਿਆ? ਕਿਉਂਕਿ ਘਰ ਵਿੱਚ ਗਿਆਨ ਹੈ, ਸਿੱਖੀ ਹੈ, ਸੱਚ ਹੈ, ਪਰ ਅਗਲੀ ਗੱਲ ਹੁੰਦੀ ਵੀ ਲੈਣੀ ਕੌਣ ਚਾਹੁੰਦਾ। ਗੁਰੂ ਅਰਜਨ ਸਾਹਿਬ ਲੈਣਾ ਚਾਹੁੰਦੇ ਹਨ, ਉਹਨਾਂ ਨੇ ਉਹ ਪ੍ਰਾਪਤੀ ਕਰ ਲਈ। ਪ੍ਰਿਥੀ ਚੰਦ ਤੇ ਮਾਇਆ ਨੇ ਪ੍ਰਭਾਵ ਪਾ ਲਿਆ, ਮਾਇਆ ਨੇ ਮੱਤ ਮਾਰ ਦਿੱਤੀ। ਉਹ ਕੌਤਕ ਤਾਂ ਵਰਤੇ ਉੱਥੇ ਵੀ। ਕਈ ਵਾਰੀ ਸਵਾਲ ਪੈਦਾ ਹੁੰਦਾ ਵੀ ਗੁਰੂ ਦੇ ਘਰ ਵਿੱਚ ਪੁੱਤਰ ਪੈਦਾ ਹੋਏ ਆ, ਗੁਰੂ ਰਾਮਦਾਸ ਜੀ ਦੇ ਪੁੱਤਰ ਆ ਪ੍ਰਿਥੀ ਚੰਦ,
ਔਰ ਗੁਰੂ ਅਰਜਨ ਸਾਹਿਬ ਜੀ ਦੇ ਭਰਾ ਹੈ ਪ੍ਰਿਥੀ ਚੰਦ, ਪਰ ਉਹਨਾਂ ਦੀ ਅਵਸਥਾ ਇਦਾਂ ਦੀ ਕਿਉਂ? ਉਹ ਸ਼ੀਸ਼ਾ ਦੁਨੀਆ ਨੂੰ ਦਿਖਾਇਆ ਵੀ ਜਿਹੜੀ ਮਾਇਆ ਹੈ, ਮੋਹ ਹੈ, ਵਿਕਾਰ, ਇਹਨਾਂ ਨੂੰ ਇੰਨੇ ਕਮਜ਼ੋਰ ਨਾ ਸਮਝਿਓ, ਇਹਨਾਂ ਤੋਂ ਬਚਣਾ ਇੰਨਾ ਸੌਖਾ ਨਹੀਂ ਹੈ। ਕੋਈ ਸੂਰਮਾ ਐਸੋ ਕੌਣ ਬਲੀਰ, ਪਰਿਓ ਕਾਲ ਸਭੈ ਜਗ ਉਪਰ ਮਾਹੇ ਲਿਖੇ ਭਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਚਾਰ ਮਰਦਨ ਚੌਹਾਂ, ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ, ਜਿਨ ਮਿਲ ਮਾਰੇ ਪੰਜ ਸੂਰਬਰ ਸੂਰਬੀਰ ਐਸੋ ਕੌਣ ਬਲੀਰੇ। ਉਹ ਬਹੁਤ ਬਲਵਾਨ ਹੈ। ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ, ਸੁੰਦਰ ਸੁਗਰ ਸਰੂਪ ਸਿਆਨੇ ਪੰਚੋ ਹੀ ਮੋਹੇ ਛਲੀਰੇ, ਜਿਨ ਮਿਲ ਮਾਰੇ ਪੰਜ ਸੂਰਬੀਰ ਵਕਾਰ। ਇਹ ਮਾਰਨੇ ਕਾਬੂ ਕਰਨੇ ਸੌਖੇ ਨਹੀਂ। ਐਸੋ ਕੌਣ ਬਲੀਰੇ, ਕਿਹੜਾ ਸੂਰਮਾ? ਤੇ ਜਿਹਨੇ ਫਿਰ ਮਾਰ ਲਿਆ ਉਸ ਨੂੰ ਗੁਰਬਾਣੀ ਨੇ ਸੂਰਮਾ ਗਰਦਾਨਿਆ, ਉਸ ਨੂੰ ਸੂਰਮੇ ਦੀ ਉਪਾਧੀ ਦਿੱਤੀ ਹੈ। ਨਾਨਕ ਸੋ ਸੂਰਾਵਰੀ ਆਮ, ਜਿਨ ਵਿੱਚੋਂ ਦੁਸ਼ਟ ਹੰਕਰਨ ਮਾਰਿਆ। ਐਵੇਂ ਨਹੀਂ ਕਿਹਾ ਮਨ ਜੀਤੈ ਜਗ ਜੀਤ। ਮਨ ਜਿੱਤਣਾ ਕੋਈ ਸੌਖਾ ਨਹੀਂ ਹੈ। ਇਹ ਮਨ ਜਿੱਤਣ ਵਾਸਤੇ ਹਥਿਆਰ ਦਿੱਤੇ, ਸਾਰੀ ਸਮੱਗਰੀ ਬਾਣੀ ਤੇ ਬਾਣੀ ਦਾ ਗਿਆਨ। ਇਸ ਲਈ ਇਹ ਲਗਾਤਾਰ ਮਿਹਨਤ ਕਰਨੀ ਪੈਂਦੀ, ਮੰਨਣਾ ਪੈਂਦਾ। ਮੰਨੇ ਕੀ ਗਤ ਕਹੀ ਨਾ ਜਾਏ। ਸਾਚੀ ਲਿਵੈ ਬਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਸੰਸਾਰ ਇੱਕ ਜੰਗਲ ਦੀ ਤਰ੍ਹਾਂ, ਸੰਸਾਰ ਜੰਗਲ ਦਾ ਮਾਲਕ ਪਰਮੇਸ਼ਰ, ਉਹਦੇ ਅੱਗੇ ਅਰਦਾਸ ਕਰਨੀ, ਕਦੀ ਵੀ ਹੰਕਾਰ ਨਾ ਹੋਵੇ ਕਿ ਤੂੰ ਸਮਰੱਥ ਹੈ, ਤੇਰੇ ਤੋਂ ਬਿਨਾਂ ਸਾਡਾ ਪਾਰੋ ਤਾਰਾ ਨਹੀਂ, ਤੂੰ ਸਾਡੇ ਤੇ ਕਿਰਪਾ ਕਰ। ਉਹ ਫਿਰ ਗਿਆਨ ਦੀ ਕਿਰਪਾ ਕਰਦਾ ਹੈ। ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਹੋਰ ਕੋਈ ਥਾਂ ਨਹੀਂ ਆਪਣਾ ਆਪਾਂ ਨੂੰ, ਆਪਣੇ ਆਪੇ ਨੂੰ ਸਵਾਰਨ ਵਾਸਤੇ। ਇੱਕ ਗੁਰ ਕਾ ਸ਼ਬਦ ਹੈ, ਜਿਹੜਾ ਸ਼ਬਦ ਨਾਲ ਧਿਆਨ ਜੋੜ ਲੈਂਦਾ, ਉਹਦੀ ਵਿਗੜੀ ਸਵਰ ਜਾਂਦੀ ਹੈ। ਗੁਰੂ ਬੌੜੀ ਕਰਦੇ ਹਨ। ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਜਿੰਨਾ ਚਿਰ ਲਗਨ ਨਹੀਂ ਹੈ, ਇਰਾਦਾ ਨਹੀਂ ਨਾਮ ਜਪਣ ਦਾ, ਜਿੰਨਾ ਚਿਰ ਧਿਆਨ ਨਹੀਂ ਜੁੜਿਆ ਹੋਇਆ, ਆਪਾਂ ਇਕਾਗਰ ਨਹੀਂ, ਸਾਵਧਾਨ ਨਹੀਂ, ਇਮਾਨਦਾਰ ਨਹੀਂ ਹਾਂ ਬਾਣੀ ਸਮਝ ਕੇ ਚੱਲਣ ਵਾਸਤੇ, ਤਾਂ ਜ਼ਿੰਦ ਨਿਮਾਣੀ ਕੀ ਕਰ ਸਕਦੀ ਹੈ? ਉਹ ਕੁਝ ਨਹੀਂ ਕਰ ਸਕਦੀ। ਵਿਸ਼ੇ ਵਿਕਾਰਾਂ ਦੇ ਅੱਗੇ ਉਹਦਾ ਕੋਈ ਵਸ ਨਹੀਂ ਚੱਲਣਾ। ਲਗਾਤਾਰ ਉਹ ਕਮਜ਼ੋਰ ਹੁੰਦੀ ਰਹਿੰਦੀ ਹੈ, ਸੱਤਾ ਰਹਿਤ ਹੁੰਦੀ ਹੈ, ਹੌਲੇ ਮੇਲ ਦੀ ਹੋ ਜਾਂਦੀ ਹੈ। ਤਾਂ ਤੇ ਲਗਨ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਜੇ ਸਾਡੇ ਅੰਦਰ ਲਗਨ ਹੈ, ਸਾਡਾ ਇਰਾਦਾ ਹੈ, ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਔਰ ਕਿਰਪਾ ਕਰਕੇ ਬਖਸ਼ਿਸ਼ ਦੇ ਨਾਲ ਝੋਲੀਆਂ ਭਰਦੇ ਹਨ, ਔਰ ਮਨੁੱਖ ਦੀ ਜ਼ਿੰਦਗੀ ਜਿਹੜੀ ਹੈ ਆਨੰਦ ਪ੍ਰਸੰਨ ਹੋ ਜਾਂਦੀ। ਤਾਂ ਤੇ ਜੁੜੇ ਰਹੀਏ, ਵਿਚਾਰਦੇ ਰਹੀਏ, ਗੁਰੂ ਅੱਗੇ ਅਰਦਾਸ ਕਰਦੇ ਰਹੀਏ। ਭੁੱਲ ਚੁੱਕ ਦੀ ਖਿਮਾ